ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਤੁਹਾਡਾ ਮੇਰਾ ਸਾਥ ਹੁੰਦਾ ਹੈ ਮੰਡੇ ਟੂ ਫਰਾਈਡੇ ਸਵੇਰੇ 8 ਤੋਂ ਲੈ ਕੇ 9 ਵਜੇ ਤੱਕ, ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸੈਟਰਡੇ ਨੂੰ 2 ਵਾਰੀ ਸਾਂਝ ਪਾਉਂਦੇ ਹਾਂ, ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਉਸ ਤੋਂ ਇਲਾਵਾ ਵਿਜ਼ਨ ਟੀਵੀ ਦੇ ਉੱਤੇ 1 ਵਜੇ ਤੋਂ ਲੈ ਕੇ 1:30 ਵਜੇ ਤੱਕ ਹਰ ਸ਼ਨੀਵਾਰ ਨੂੰ ਕੰਟੈਂਸ਼ੀਅਸ ਇਸ਼ੂਜ਼ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਈ ਜਾਂਦੀ ਹੈ। ਅੱਜ ਦੇ ਸੈਗਮੈਂਟ ਵਿੱਚ ਹਾਲ ਹੀ ਵਿੱਚ ਤੁਸੀਂ ਸੁਣਿਆ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇੱਕ ਫੈਸਲਾ ਕੀਤਾ ਹੈਗਾ ਹੈ ਅਤੇ ਅਨਾਉਂਸਮੈਂਟ ਕੀਤੀ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਟਾਈਮਜ਼ ਆਫ ਇੰਡੀਆ ਗਰੁੱਪ ਵੱਲੋਂ ਇੱਕ ਫਿਲਮ ਅਵਾਰਡਸ ਜਿਹੜੇ ਨੇ ਉਸ ਦਾ ਆਯੋਜਨ ਇੱਥੇ ਕੀਤਾ ਜਾਵੇਗਾ। ਇਸ ਸੰਬੰਧ ਵਿੱਚ ਆਓ ਅੱਜ ਜਾਣਕਾਰੀ ਲੈਂਦੇ ਹਾਂ ਕਿ ਐਨਡੀਪੀ ਪਾਰਟੀ ਇਸ ਬਾਰੇ ਕੀ ਸਮਝਦੀ ਹੈ। ਮਲਟੀਕਲਚਰਲਿਜ਼ਮ, ਇਮੀਗ੍ਰੇਸ਼ਨ ਅਤੇ ਹਿਊਮਨ ਰਾਈਟਸ ਦੇ ਕ੍ਰਿਟਿਕ ਰਾਜ ਚੌਹਾਨ ਜੀ, ਉਹਨਾਂ ਨਾਲ ਸਾਂਝ ਪਾਉਂਦੇ ਹਾਂ ਕਿ ਇਹਨਾਂ ਦੀ ਪਾਰਟੀ ਦਾ ਇਸ ਪ੍ਰਤੀ ਕੀ ਪੱਖ ਹੈ। ਜੀ ਆਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ। ਸੋ ਇਹ ਜਿਹੜਾ ਫੈਸਲਾ ਲਿਆ ਗਿਆ ਜੀ, ਇਹਦੇ ਨਾਲ ਕਿਹਾ ਜਾ ਰਿਹਾ ਹੈ ਕਿ $12 ਮਿਲੀਅਨ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਪੈਸੇ ਖਰਚ ਰਹੀ ਹੈ ਅਤੇ ਇਸ ਨਾਲ ਇਕੋਨਮੀ ਨੂੰ ਰਿਵਾਈਵ ਕਰਨ ਦੀ ਗੱਲ ਕਰ ਰਹੇ ਨੇ ਅਤੇ ਹੋਰ ਬਹੁਤ ਸਾਰਾ ਕੁਝ ਹੋਏਗਾ। ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ ਜੀ ਇਹਦੇ ਬਾਰੇ? ਹਰਪ੍ਰੀਤ, ਪਹਿਲਾਂ ਹੀ ਗੱਲ ਤਾਂ ਇਹ ਹੈ ਕਿ ਜਿਹੜਾ ਪ੍ਰੋਗਰਾਮ 'ਚ ਹੋ ਰਿਹਾ ਨਾ, ਵੀ ਹੋਪ ਇਟਸ ਵੈਰੀ ਸਕਸੈਸਫੁਲ। ਜੀ, ਅਸੀਂ ਇਸ ਅਵਾਰਡ ਦੇ ਖਿਲਾਫ ਨਹੀਂ ਹੈਗੇ। ਓਕੇ, ਆਈ ਵਾਂਟ ਟੂ ਮੇਕ ਇਟ ਕਲੀਅਰ। ਰਾਈਟ। ਸਿਰਫ ਜਿਹੜੀ ਇਸ਼ੂ, ਜਿਹੜੀ ਕੰਟਰੋਵਰਸੀ ਚੱਲ ਰਹੀ, ਉਹ ਇਹ ਹੈ ਕਿ ਉਹਦੀ ਟਾਈਮਿੰਗ, ਕਿਉਂਕਿ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਜਿਸ ਤਰ੍ਹਾਂ ਆਈਫਾ ਦੇ ਅਵਾਰਡ ਹੋਏ ਸੀਗੇ ਟੋਰਾਂਟੋ ਦੇ ਵਿੱਚ ਪਿਛਲੇ ਸਾਲ, ਜੀ, ਜਿਹੜੀ ਕਿ ਕਾਫੀ ਵੱਡੀ ਆਰਗੇਨਾਈਜੇਸ਼ਨ ਆ, ਵੈਲ ਐਸਟੈਬਲਿਸ਼ਡ ਆ ਦੁਨੀਆ ਦੇ ਵਿੱਚ, ਉਹਨਾਂ ਦੇ ਨਾਲ ਸਰਕਾਰ ਨੇ ਗੱਲਬਾਤ ਕੀਤੀ ਸੀ ਕਿ ਉਹ ਆਈਫਾ ਅਵਾਰਡ ਦੇ ਇੱਥੇ ਆਉਣ। ਜੀ, ਐਂਡ ਆਈਫਾ ਵਾਜ਼ ਵਿਲਿੰਗ ਟੂ ਡੂ ਇਟ ਅਕੋਰਡਿੰਗ ਟੂ देयर ਓਨ ਸਪੋਕਸਪਰਸਨ। ਉਹ ਚਾਹੁੰਦੇ ਸੀ ਵੀ ਇੱਥੇ ਆ ਕੇ ਇਸ ਕਰਨਾ ਵੀ ਚਾਹੁੰਦੇ ਸੀਗੇ ਉਹ। ਲੇਕਿਨ ਉਹ ਜਿਹੜੀ ਸੀਗੀ ਉਹ ਅਵਾਰਡ ਸੈਰੇਮਨੀ ਹੁੰਦੀ ਹੈ ਜੂਨ-ਜੁਲਾਈ ਦੇ ਵਿੱਚ ਜਾ ਕੇ। ਉਹ ਪ੍ਰੋਬਲਮ ਹੁਣ ਇਹ ਹੈਗੀ ਕਿ ਇਸ ਸਾਲ ਇੱਥੇ ਇਲੈਕਸ਼ਨ ਆ ਰਹੀਆਂ ਨੇ, ਇਲੈਕਸ਼ਨ ਹੋਣੀ ਹੈ ਮਈ ਦੇ ਵਿੱਚ। ਸੋ ਸਰਕਾਰ ਨੂੰ ਲੱਗਦਾ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਕੋਈ ਚਮਕ ਦਮ, ਕੋਈ ਭੰਗੜਾ ਪਾਉਣਾ, ਕੋਈ ਡਾਂਸ ਵਗੈਰਾ ਹੋਣੇ ਆ, ਤਾਂ ਕਿਉਂ ਨਾ ਇਲੈਕਸ਼ਨ ਤੋਂ ਪਹਿਲਾਂ ਕੀਤੇ ਜਾਣ। ਸੋ ਜਿਹੜੀ ਟਾਈਮਿੰਗ ਆ ਉਹ ਇਸ਼ੂ ਆ ਉਹ। ਰਾਈਟ। ਉਹ ਹੁਣ ਕਿੰਨਾ ਫਰਕ ਸੀਗਾ ਜਿਹੜੇ ਹੈਗੇ ਇਹਨਾਂ ਨੇ ਸਪਾਂਸਰ ਕੀਤਾ ਗੌਰਮੈਂਟ ਨੇ ਟੋਇਫਾ ਨੂੰ, ਜਿਸ ਤਰ੍ਹਾਂ ਆਪਾਂ ਸੁਣਿਆ ਵੀ 11 ਤੋਂ 12 ਮਿਲੀਅਨ ਤੱਕ ਹੈਗਾ ਉਹ, ਤੇ ਉਹ ਕਿੰਨਾ ਇਹਨਾਂ ਨੇ ਆਈਫਾ ਨੂੰ ਦੇਣਾ ਸੀ, ਕਿੰਨਾ ਉਹ ਸੀਗਾ ਡਿਫਰੈਂਟ ਸੀਗਾ ਉਹਦਾ ਹਜੇ ਸਾਨੂੰ ਪਤਾ ਨਹੀਂ ਲੱਗਿਆ। ਲੇਕਿਨ ਸੁਣਨ ਦੇ ਵਿੱਚ ਇਹ ਹੈ ਕਿ ਬੜਾ ਫਰਕ ਨਹੀਂ ਸੀਗਾ, ਲੇਕਿਨ ਟਾਈਮਿੰਗ ਦਾ ਜ਼ਰੂਰ ਫਰਕ ਸੀ। ਓਕੇ, ਸੋ ਇਹ ਮੇਜਰ ਹੈਗਾ ਪੁਆਇੰਟ। ਅਦਰਵਾਈਜ਼ ਤੁਸੀਂ ਐਕਸੈਪਟ ਕਰਦੇ ਹੋ ਕਿ ਜੋ ਹੋ ਰਿਹਾ ਚੰਗਾ ਹੋ ਰਿਹਾ? ਨਹੀਂ, ਦੇਖੋ, ਜੋ ਵੀ ਕੁਝ ਹੁੰਦਾ ਜਿਸ ਨਾਲ ਸਾਡੀ ਬ੍ਰਿਟਿਸ਼ ਕੋਲੰਬੀਆ ਦੀ ਪਬਲਿਸਿਟੀ ਹੁੰਦੀ ਹੈ, ਬਾਹਰ ਲੋਕਾਂ ਨੂੰ ਪਤਾ ਲੱਗਦਾ, ਰਾਈਟ, ਉਹਦੇ ਨਾਲ ਚੰਗਾ ਹੀ ਚੰਗਾ ਹੁੰਦਾ ਵਾ। ਕਿਉਂਕਿ ਹੋ ਸਕਦਾ ਵੀ ਇਹਨੂੰ ਦੇਖ ਕੇ ਕੁਝ ਲੋਕ ਇੱਥੇ ਹੋਰ ਇਨਵੈਸਟ ਕਰਨ, ਫਿਲਮ ਇੰਡਸਟਰੀ ਦੇ ਵਿੱਚ ਕੋਈ ਵਾਧਾ ਹੋਵੇ। ਰਾਈਟ। ਲੇਕਿਨ ਉਹਦੇ ਨਾਲ ਨਾਲ ਸਾਨੂੰ ਜਿਹੜੀ ਰਿਐਲਿਟੀ ਉਹ ਵੀ ਨਹੀਂ ਅਸੀਂ ਅੱਖੋਂ ਓਲੇ ਕਰ ਸਕਦੇ। ਬਿਲਕੁਲ, ਕਿਉਂਕਿ ਹਕੀਕਤ ਇਹ ਹੈਗੀ ਕਿ ਜਿਹੜੇ ਹੁਣ ਸਟੈਟਿਸਟਿਕਸ ਆ ਰਹੇ ਨੇ ਰਾਜ ਚੌਹਾਨ ਜੀ, ਉਹਦੇ 'ਚ ਆ ਰਿਹਾ ਕਿ ਜਿਹੜੀ ਇੱਥੋਂ ਦੀ BC ਲੋਕਲ ਫਿਲਮ ਇੰਡਸਟਰੀ ਹੈ ਉਸ ਨੂੰ ਸੈਟਬੈਕ ਹੋ ਰਿਹਾ ਹੈਗਾ, ਅਤੇ ਉਹ ਲੋਕ ਜਿਹੜੇ ਇਸ ਨਾਲ ਜੁੜੇ ਹੋਏ ਨੇ ਕਾਫੀ ਚਿੰਤਤ ਨੇ, ਉਹ ਰਾਦਰ ਮੂਵ ਆਊਟ ਕਰ ਰਹੇ ਨੇ BC ਤੋਂ। ਤਾਂ ਕੀ ਇੱਕ ਪਾਸੇ ਤਾਂ ਜਿਹੜਾ ਸਾਡਾ ਲੋਕਲ ਜਿਹੜਾ ਆਲਰੇਡੀ ਐਗਜ਼ਿਸਟਿੰਗ ਸੈਟਅਪ ਹੈਗਾ ਉਸ ਨੂੰ ਤਾਂ ਅਸੀਂ ਕੁਝ ਪ੍ਰੋਵਾਈਡ ਕਰ ਨਹੀਂ ਸਕ ਰਹੇ, ਪਰ ਕੁਝ ਦੇਰ ਲਈ ਅਸੀਂ ਕਿੱਥੋਂ ਹੋਰੋਂ ਲਿਆ ਕੇ, ਉਹ ਵੀ ਜਿਹੜਾ ਕਿਹਾ ਜਾ ਰਿਹਾ ਕਿ ਉਹ ਆਪਣੇ ਆਰਟਿਸਟ ਲੈ ਕੇ ਆਉਣਗੇ, ਆਪਣਾ ਉਹਨਾਂ ਦਾ ਇਨਫਰਾਸਟਰਕਚਰ ਹੁੰਦਾ ਹੈ, ਉਸ ਨੂੰ BC ਇਕੋਨਮੀ ਨੂੰ ਕੀ ਫਾਇਦਾ ਹੋਏਗਾ? ਉਹੀ ਗੱਲ ਹੈ ਨਾ, ਸਾਨੂੰ ਦੇਖਣਾ ਇਹ ਪੈਣਾ ਕਿ ਜਿਹੜਾ ਇਹ ਪ੍ਰੋਗਰਾਮ ਕਰਨ ਦੇ ਨਾਲ ਕਿੰਨੀਆਂ ਲੋਕਲ ਜੌਬਸ ਕ੍ਰੀਏਟ ਹੁੰਦੀਆਂ। ਰਾਈਟ। ਕੀ ਲੌਂਗ ਟਰਮ ਇੰਪੈਕਟ ਹੈ ਕਿ ਨਹੀਂ ਹੈ। ਹੁਣ ਇੱਥੇ ਜਿਹੜੀ BC ਦੀ ਫਿਲਮ ਇੰਡਸਟਰੀ ਆ, ਜਿਹੜੀ ਕਿ ਇੱਕ ਟਾਈਮ ਸੀ ਜਦੋਂ ਕਿ ਗਿਣੀ ਜਾਂਦੀ ਸੀ ਕਿ ਸੈਕੰਡ ਹਾਲੀਵੁੱਡ ਨਾਰਥ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਡਕਸ਼ਨ ਹੁੰਦੀਆਂ ਸੀ, TV, ਫਿਲਮਸ, ਯੂ ਨੇਮ ਇਟ। ਹੁਣ ਉਹ ਇੱਥੋਂ ਮੂਵ ਹੋ ਕੇ ontario ਤੇ ਕੁਬੈਕ ਜਾ ਰਹੇ ਨੇ। ਉਹ ਇੰਡਸਟਰੀ ਦੇ ਵਿੱਚ ਤਕਰੀਬਨ 30 ਤੋਂ 40% ਤੱਕ ਲੋਕ ਵਿਹਲੇ ਬੈਠੇ ਨੇ ਉਹ। ਰਾਈਟ। ਸੋ ਅਸੀਂ, ਸਾਡੀ ਸਰਕਾਰ ਦਾ ਫਰਜ਼ ਇਹ ਬਣਦਾ ਕਿ ਪਹਿਲਾਂ ਅਸੀਂ ਉਹਨਾਂ ਨੂੰ ਕੁਝ ਕਰੀਏ ਤਾਂ ਕਿ ਕੁਝ ਸਾਰਥਕ ਤਰੀਕੇ ਦੇ ਨਾਲ ਜਿਹੜੀ ਲੌਂਗ ਟਰਮ ਇੰਪੈਕਟ ਹੋਵੇ, ਜਿਹਦੇ ਨਾਲ ਉਹਨਾਂ ਲੋਕਾਂ ਨੂੰ ਜੌਬ ਮਿਲੇ ਤੇ ਹੋਰ ਨਵੀਆਂ ਜੌਬਾਂ ਕ੍ਰੀਏਟ ਹੋਣ। ਲੇਕਿਨ ਹੁਣ ਜਿਹੜਾ ਇਹ ਅਵਾਰਡਸ ਹੋਣਾ, ਸੈਰੇਮਨੀ ਹੋਣੀ ਹੈ, ਜਿਸ ਤਰ੍ਹਾਂ ਸਾਰੇ ਲੋਕਾਂ ਜਿਹੜੇ ਐਕਸਪਰਟ ਨੇ, ਤੁਸੀਂ TV ਦੇ ਵਿੱਚ ਕੰਮ ਕਰਦੇ ਹੋ, ਯੂ ਨੋ ਕਿ ਇੰਡੀਆ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਬਾਹਰ ਆ ਕੇ ਪ੍ਰੋਗਰਾਮ ਹੁੰਦੇ ਨੇ, ਉਹ ਸਾਰੇ ਆਪਦੇ ਆਰਟਿਸਟ, ਕੰਮ ਕਰਨ ਵਾਲੇ, ਉਹ ਸਾਰੇ ਨਾਲ ਲੈ ਕੇ ਆਉਂਦੇ ਨੇ ਉਹ। ਸੋ ਉਹਦੇ ਨਾਲ ਇੱਥੇ ਲੋਕਲ ਜੌਬਸ ਦੇ ਉੱਤੇ ਕੋਈ ਬੜਾ ਫਰਕ ਨਹੀਂ ਪੈਣਾ। ਜੀ ਬਿਲਕੁਲ, ਨੋ ਡਾਊਟ ਅਬਾਊਟ ਇਟ। ਸੋ ਦੂਸਰੇ ਪਾਸੇ ਇੱਕ ਹੋਰ ਹੈ ਕਿ ਬਹੁਤ ਸਾਰੇ ਪ੍ਰੋਗਰਾਮਸ ਦੇ ਵਿੱਚ ਕੱਟਸ ਲਾਏ ਗਏ ਸਰਕਾਰ ਵੱਲੋਂ, ਅਤੇ ਉਹਦੇ ਵਿੱਚ ਬਹੁਤ ਐਸੀ ਐਸੈਂਸ਼ੀਅਲ ਸਰਵਿਸਿਜ਼ ਵੀ ਨੇ ਜਿਹੜੀਆਂ ਹਿੱਟ ਹੋਈਆਂ। ਤਾਂ ਕੀ ਤੁਸੀਂ ਸਮਝਦੇ ਨੇ ਕਿ ਇਹੀ ਪੈਸਾ ਜਿਹੜਾ ਹੈਗਾ ਡਾਲਰਸ ਉਸ ਪ੍ਰਤੀ ਲੱਗਦੇ ਤਾਂ ਉਹ ਸੋਸ਼ਲ ਜਿਹੜਾ ਸਾਡਾ ਇਨਫਰਾਸਟਰਕਚਰ ਜਿਹੜਾ ਹੈਗਾ, ਜਿਸ ਦੇ ਉੱਤੇ ਸਾਨੂੰ ਬੜਾ ਮਾਣ ਹੈ ਕਿ ਅਸੀਂ ਕੈਨੇਡੀਅਨ ਵੈਲਿਊਜ਼ ਦੀ ਜਿੱਥੇ ਅਸੀਂ ਗੱਲ ਕਰਦੇ ਹਾਂ, ਉਹ ਸੋਸ਼ਲ ਸਾਡਾ ਸੈਟਅਪ ਬਹੁਤ ਵਧੀਆ ਹੈ, ਉੱਥੇ ਜਿਹੜੀ ਸੱਟ ਵੱਜ ਰਹੀ ਉਹਦੇ ਪ੍ਰਤੀ ਤੁਹਾਡੀ ਪਾਰਟੀ ਕੀ ਸਮਝਦੀ ਹੈ?
ਦੇਖੋ $11 ਮਿਲੀਅਨ ਦੇ ਨਾਲ ਅਸੀਂ ਕਾਫੀ ਇਸੇ ਅਫੋਰਡੇਬਲ ਹਾਊਸਿੰਗ ਕ੍ਰੀਏਟ ਕਰ ਸਕਦੇ ਸੀ ਜੀ। ਇਹਦੇ ਨਾਲ ਅਸੀਂ ਲੋਕਾਂ ਨੂੰ ਜਿਹੜੀ ਸੀਗੀ ਰਾਹਤ ਦੇ ਸਕਦੇ, ਜਿਹੜੇ ਕਿ ਉਹਨਾਂ ਦੇ BC ਹਾਈਡਰੋ ਦੇ ਰੇਟਸ ਉੱਪਰ ਜਾ ਰਹੇ ਨੇ। ਇਹਦੇ ਨਾਲ ਲੋਕਾਂ ਨੂੰ ਰਾਹਤ ਦੇ ਸਕਦੇ, ਜਿਹੜੀ ਉਹਨਾਂ ਦੇ ਜਿਹੜੇ ਟਰਾਂਸਪੋਰਟੇਸ਼ਨ ਦੇ ਵਿੱਚ BC ਟ੍ਰਾਂਜ਼ਿਟ ਦੇ ਵਿੱਚ ਜਿਹੜੀ ਉਹਨਾਂ ਦੀ ਕਾਸਟ ਵਧੀਆਂ ਨੇ ਉਹ ਅਸੀਂ ਸਾਡੇ ਬੱਚਿਆਂ ਨੂੰ ਯੂਨੀਵਰਸਿਟੀ ਭੇਜਣਾ ਮੁਸ਼ਕਲ ਹੋਇਆ ਹੈ ਕਿਉਂਕਿ ਉਹਨਾਂ ਦੀ ਟਿਊਸ਼ਨ ਫੀ ਬਹੁਤ ਵੱਧ ਚੁੱਕੀ ਆ। ਸੋ ਉਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਜੋ ਦੇਖਿਆ ਜਾਵੇ ਇੱਥੇ ਕਮਿਊਨਿਟੀ ਦੇ ਵਿੱਚ ਪਿਛਲੇ 10-12 ਸਾਲ ਦੇ ਵਿੱਚ ਜਦੋਂ ਦੇ ਲਿਬਰਲ ਸਰਕਾਰ ਪਾਵਰ ਦੇ ਵਿੱਚ ਆਈ ਹੈ ਉਹ ਸਾਰੀ ਕਾਸਟ ਆਫ ਲਿਵਿੰਗ ਉੱਪਰ ਜਾ ਰਹੀ ਆ ਉਹ ਜੀ। ਲੇਕਿਨ ਜਦੋਂ ਉਹ ਕੋਈ ਵੀ ਕਮਿਊਨਿਟੀ ਗਰੁੱਪ ਜਾਂ ਕੋਈ ਇੰਡੀਵਿਜੂਅਲ ਸਪੋਰਟ ਦੀ ਗੱਲ ਕਰਦੇ ਆ ਤੇ ਕਹਿੰਦੇ ਸਾਡੇ ਕੋਲ ਪੈਸਾ ਹੈ ਨਹੀਂਗਾ। ਲੇਕਿਨ ਜਦੋਂ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਦਾ ਆਲ ਆਫ ਅ ਸਡਨ 11-12 ਮਿਲੀਅਨ ਅਵੇਲੇਬਲ ਕਿੱਥੋਂ ਆ ਜਾਂਦਾ ਹੈ ਸੋ ਐਂਡ ਇਹਦੇ ਨਾਲ ਇਹ ਵੀ ਆ ਜਾਂਦੀ ਹੈ ਜੀ ਕਿ ਹੁਣ ਕਿਉਂਕਿ ਇਹ ਇਲੈਕਸ਼ਨ ਦਾ ਸਮਾਂ ਹੈਗਾ ਤੇ ਅਸੀਂ ਇਹ ਵੀ ਵੇਖ ਰਹੇ ਹਾਂ ਮੀਡੀਆ ਦੇ ਵੀ ਥੋੜਾ ਮੈਂ ਜ਼ਿਕਰ ਕਰ ਲਾਂ ਕਿ ਇੱਕ ਪਾਸੇ ਤਾਂ ਅਗੇਨ ਜਿਸ ਤਰ੍ਹਾਂ ਅਸੀਂ ਕੱਟਸ ਲਾ ਰਹੇ ਹਾਂ ਪਰ ਦੂਸਰੇ ਪਾਸੇ ਐਡਵਰਟਾਈਜ਼ਮੈਂਟਸ ਦੀ ਬੁਛਾਰ ਜਿਹੜੀ ਹੈਗੀ ਇਸ ਸਮੇਂ ਉਹ ਪਬਲਿਕ ਐਕਸਚੇਕਰ ਵਿੱਚੋਂ ਆ ਰਹੀ ਹੈਗੀ ਹੈ ਮਾਰਕੀਟ ਦੇ ਵਿੱਚ। ਇਹਦੇ ਪ੍ਰਤੀ ਤੁਸੀਂ ਤੁਹਾਡੀ ਏਡ ਇੰਡੈਕਸ ਜਿਹੜੇ ਤੁਹਾਡੇ ਲੀਡਰ ਨੇ ਉਹਨਾਂ ਨੇ ਵੀ ਇੱਕ ਸਟੇਟਮੈਂਟ ਵਗੈਰਾ ਦਿੱਤੀ ਸੀ। ਸੋ ਇਹ ਹੁਣ ਕਿਉਂਕਿ ਇਲੈਕਸ਼ਨ ਦਾ ਸਮਾਂ ਬਹੁਤ ਸਾਰੇ ਸੌਪਸ ਜਿਹੜੇ ਨੇ ਉਹ ਲੋਕਾਂ ਨੂੰ ਦਿੱਤੇ ਜਾਣੇ ਨੇ, ਇਸ ਸਮੇਂ ਤੁਸੀਂ ਕੀ ਸਮਝਦੇ ਹੋ ਕੀ ਕਰਨ ਦੀ ਲੋੜ ਹੈ ਤੇ ਤੁਹਾਡੀ ਪਾਰਟੀ ਇਹਦੇ ਪ੍ਰਤੀ ਕਿਸ ਤਰ੍ਹਾਂ ਲੋਕਾਂ ਵਿੱਚ ਜਾਗਰਤੀ ਲਿਆ ਰਹੀ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਜਿਉਂ-ਜਿਉਂ ਅਸੀਂ ਇਲੈਕਸ਼ਨ ਦੇ ਨੇੜੇ ਜਾਵਾਂਗੇ ਇਸ ਤਰ੍ਹਾਂ ਫੀਲ ਗੁੱਡ ਜਿਹੜੀਆਂ ਅਨਾਉਂਸਮੈਂਟਸ ਸਰਕਾਰ ਨੇ ਕਰਨੀਆਂ ਨੇ। ਸੋ ਜਿਹੜੇ ਲੋਕ ਨੇ ਇੱਥੋਂ ਦੇ ਬ੍ਰਿਟਿਸ਼ ਕੋਲੰਬੀਆ ਦੇ ਬੜੇ ਸਮਝਦਾਰ ਨੇ, ਆਈ ਹੋਪ ਉਹਨੂੰ ਐਨਾਲਾਈਜ਼ ਕਰਕੇ ਦੇਖਣਗੇ ਕਿ ਵਾਕਈ ਜਿਹੜੀ ਹੈਗੀ ਹੈ ਸਰਕਾਰ ਸਿੰਸੀਅਰ ਆ ਕਿ ਸਿਰਫ ਇਹ ਅਨਾਉਂਸਮੈਂਟਸ ਹੀ ਨੇ ਇਹ। ਓਕੇ, ਦੂਜੀ ਗੱਲ ਇਹ ਹੈ ਵੀ ਇਕੱਲੀ ਇਹ ਟੈਕਸ ਪੇਅਰ ਦਾ ਪੈਸਾ ਇਸੇ ਕੰਮ ਤੇ ਨਹੀਂ ਲਾ ਰਹੇ, ਦੂਜੇ ਪਾਸੇ $15 ਮਿਲੀਅਨ ਦੇ ਨਾਲ ਜਿਹੜੀਆਂ ਐਡਵਰਟਾਈਜ਼ਮੈਂਟ ਕਰ ਰਹੀ ਹੈ ਸਰਕਾਰ ਕਿ ਅਸੀਂ ਇੰਨੀਆਂ ਜੌਬਸ ਕ੍ਰੀਏਟ ਕੀਤੀਆਂ, ਇੱਥੇ ਅਸੀਂ ਇੰਨੀ ਇਕੋਨਮੀ ਨੂੰ ਸਟੇਬਲਾਈਜ਼ ਕੀਤਾ, ਉਹ ਸਾਰੇ ਜੇ ਫੈਕਚੁਅਲ ਤਰੀਕੇ ਨਾਲ ਦੇਖਿਆ ਜਾਵੇ ਨਾ they are not true, that's the message ਉਹ true ਨਹੀਂ ਹੈਗਾ ਉਹ। ਲੇਕਿਨ ਉਹ ਟੈਕਸ ਪੇਅਰ ਦੀ ਮਨੀ ਨੂੰ ਖਰਚ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਸਭ ਕੁਝ ਠੀਕ ਹੀ ਠੀਕ ਹੈ ਤਾਂ ਕਿ ਉਹ ਜਿਹੜੇ ਹੈਗੀ ਆ ਆਪਣੇ ਸਮਾਰਟ ਮੀਟਰਸ ਦੀ ਗੱਲ ਨਾ ਕਰਨ, BC ਰੇਲ ਦੀ ਗੱਲ ਨਾ ਕਰਨ, ਹੋਰ ਇਸ ਤਰ੍ਹਾਂ ਦੇ ਜਿਹੜੇ ਇਸ਼ੂ ਨੇ ਉਹਨਾਂ ਦੀ ਗੱਲ ਨਾ ਕਰਨ। ਸੋ ਉਹ ਅਸੀਂ ਜੇ ਸਾਡੇ ਜਿਹੜੇ ਲੀਡਰ ਆ ਏਡੀਅਨ ਡਿਕਸ ਨੇ ਉਹਨਾਂ ਨੇ ਇਹ ਕਿਹਾ ਕਿ ਜਦੋਂ ਅਸੀਂ ਸਰਕਾਰ ਬਣਾਈ ਅਸੀਂ ਇੱਕ ਅਜਿਹਾ ਰੈਗੂਲੇਸ਼ਨ ਇਹ ਲਾਅ ਲੈ ਕੇ ਆਵਾਂਗੇ ਜਿਹਦੇ ਨਾਲ ਕਿਤੇ ਵੀ ਟੈਕਸ ਪੇਅਰ ਦੀ ਮਨੀ ਇਸ ਤਰ੍ਹਾਂ ਖਰਚਣ ਤੋਂ ਪਹਿਲਾਂ ਉਹਦੀ ਅਪਰੂਵਲ ਆਡੀਟਰ ਜਨਰਲ ਤੋਂ ਲੈਣੀ ਪਵੇਗੀ। ਠੀਕ ਹੈ, ਜੇ ਆਡੀਟਰ ਜਨਰਲ ਕਹੂਗਾ ਕਿ ਹਾਂ ਜਿਹੜਾ ਪੈਸਾ ਐਡਵਰਟਾਈਜ਼ਮੈਂਟ ਤੇ ਖਰਚਿਆ ਜਾਂਦਾ ਹੈ ਜਾਇਜ਼ ਹੈ ਫਿਰ ਕਰਾਂਗੇ, ਅਦਰਵਾਈਜ਼ ਨਹੀਂ, ਜਿਸ ਤਰ੍ਹਾਂ ontario ਦੇ ਵਿੱਚ ਕੀਤਾ ਜਾਂਦਾ। ਓਕੇ, ਸੋ ਇਹ ਤਾਂ ਅਜੇ ਕਾਫੀ ਸਾਰੀਆਂ ਸਟੇਟਮੈਂਟਸ ਦੋਨੋਂ ਪਾਸੋਂ ਆ ਰਹੀ ਹੈ ਤੇ ਸਮਾਂ ਹੀ ਦੱਸੇਗਾ ਕਿੰਨੀਆਂ ਪੂਰੀਆਂ ਹੁੰਦੀਆਂ ਨੇ ਕਿਉਂਕਿ ਸਿਆਸਤਦਾਨ ਜਿਹੜੇ ਨੇ ਬਹੁਤ ਸਾਰੀਆਂ ਗੱਲਾਂ ਕਰ ਜਾਂਦੇ ਨੇ ਪਰ ਕਿੰਨੀਆਂ ਕੁ ਪੂਰੀਆਂ ਹੁੰਦੀਆਂ ਨੇ ਇਹ ਲੋਕਾਂ ਨੂੰ ਵੀ ਹੁਣ ਪਤਾ ਚੱਲ ਚੁੱਕਿਆ ਹੈ। ਅਖੀਰ ਵਿੱਚ ਇੱਕ ਗੱਲ ਜਿਹੜੀ ਕਿਉਂਕਿ ਇਸ ਸਮੇਂ ਪੋਲਸ ਜਿਹੜੇ ਆ ਰਹੇ ਨੇ ਉਹਦੇ ਵਿੱਚ ਤੁਹਾਡੀ ਪਾਰਟੀ ਦੇ ਕਾਫੀ ਚੰਗੇ ਪ੍ਰੋਸਪੈਕਟਸ ਨਜ਼ਰ ਆ ਰਹੇ ਨੇ ਕਿ ਅਗਲੀ ਸਰਕਾਰ ਤੁਸੀਂ ਬਣਾਓਗੇ, ਪਰ ਨਾਲ ਹੀ ਜਿਹੜੀ ਸਮਾਲ ਬਿਜ਼ਨਸ ਸਾਡਾ ਹੈਗਾ ਉਸ ਦੇ ਵਿੱਚ ਵੀ ਇੱਕ ਖਦਸ਼ਾ ਹੈਗਾ ਤੇ ਇਹੀ ਗੱਲ ਰਿਪੀਟ ਵੀ ਕੀਤੀ ਜਾ ਰਹੀ ਹੈ ਲੋਕਾਂ ਵਿੱਚ ਵੀ ਤੇ ਸਰਕਾਰ ਵੱਲੋਂ ਵੀ ਕਿ ਜੇਕਰ NDP ਆਉਂਦੀ ਹੈ ਤਾਂ ਇਕੋਨਮੀ ਜਿਹੜੀ ਹੈਗੀ ਉਸ ਨੂੰ ਸੱਟ ਵੱਜੇਗੀ ਤੇ ਇਹ ਪਾਰਟੀ ਜਿਹੜੀ ਹੈ ਜ਼ਿਆਦਾ ਲੇਬਰ ਓਰੀਐਂਟਡ ਹੈ। ਇਹਦੇ ਪ੍ਰਤੀ ਅਖੀਰ ਵਿੱਚ ਕੀ ਕਹਿਣਾ ਚਾਹੋਗੇ? ਦੇਖੋ ਇਹ ਪਰਸੈਪਸ਼ਨ ਕ੍ਰੀਏਟ ਹੋ ਚੁੱਕੀ ਹੈ ਕਿਉਂਕਿ ਅਨਫੋਰਚੂਨਟਲੀ ਪਤਾ ਨਹੀਂ ਕਿੱਥੋਂ ਕਿਵੇਂ ਜਾਂ ਮੇਨ ਸਟ੍ਰੀਮ ਮੀਡੀਆ ਨੇ ਕਿਹਨੇ ਜੋ ਵੀ ਕੁਝ ਕਰਕੇ ਕਿ NDP ਇਜ਼ ਅਗੇਂਸਟ ਬਿਜ਼ਨਸ। ਹਾਲਾਂਕਿ ਰਿਐਲਿਟੀ ਇਹ ਹੈ 1990 ਦੇ ਵਿੱਚ ਜਦੋਂ ਇੱਥੇ BC ਦੇ ਵਿੱਚ NDP ਸਰਕਾਰ ਸੀਗੀ ਸਮਾਲ ਬਿਜ਼ਨਸ ਦੇ ਪ੍ਰਤੀ ਜਿਹੜੀਆਂ ਸਾਡੀਆਂ ਪਾਲਿਸੀਜ਼ ਦੇ ਵਰ ਬੈਟਰ ਈਵਨ ਬੈਟਰ ਦੈਨ ਅਲਬਰਟਾ। ਓਕੇ, ਹੁਣ ਵੀ ਅਸੀਂ ਜਿਹੜਾ ਉਹ ਕਹਿ ਰਹੇ ਹਾਂ ਉਹ ਸਾਡੀਆਂ ਪਾਲਿਸੀਜ਼ ਇਹਨਾਂ ਨਾਲੋਂ ਬੈਟਰ ਨੇ ਉਹ ਜੀ। ਲੇਕਿਨ ਸਮ ਹਾਓ ਪੀਪਲ ਥਿੰਕ ਕਿ ਇਕੋਨਮੀ ਵਿੱਚ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਜਾਊਗਾ ਜੇ ਇਹ ਬਣ ਗਏ। ਲੇਕਿਨ ਜੇ ਅਸੀਂ ਫੈਕਚੁਅਲ ਤਰੀਕੇ ਨਾਲ ਦੇਖਿਆ ਜਾਵੇ ਤਾਂ ਕੰਪੇਅਰ ਕਰੋ NDP ਦੇ ਰਿਕਾਰਡ ਨੂੰ ਜਿਹੜੇ ਪਿਛਲੇ 12 ਸਾਲ ਦਾ ਆਪਣੇ BC ਲਿਬਰਲ ਦਾ ਰਿਕਾਰਡ ਆ ਉਹਦੇ ਵਿੱਚ ਜਿਹੜੀ ਇਕੋਨਮੀ ਦੀ ਗਰੋਥ ਆ BC NDP ਦੀ ਗਰੋਥ ਨਾਲੋਂ ਆਲਮੋਸਟ 1 ਪੁਆਇੰਟ ਲੈਸ ਹੈਗੀ ਆ ਉਹ। ਲੇਕਿਨ ਇਹ ਕਹਿ ਰਹੇ ਨੇ ਆਪਦੇ ਆਪ ਨੂੰ ਵੀ ਅਸੀਂ ਬਹੁਤ ਵੱਡੇ ਹੈਗੇ ਮੈਨੇਜਰ ਜਿਹੜੇ ਕਿ ਅਸੀਂ ਸਾਰਾ ਕੁਝ ਠੀਕ ਕੀਤਾ ਹੋਵੇ NDP ਤੋਂ ਕਰ ਨਹੀਂ ਹੋਣਾ ਹੈਗਾ। ਸੋ ਜੋ ਉਹਨਾਂ ਤੱਥਾਂ ਨੂੰ ਦੇਖ ਕੇ ਆਪਾਂ ਗੱਲ ਕਰੀਏ ਨਾ ਤਾਂ NDP ਜਿਹੜੇ ਪਾਲਿਸੀਜ਼ ਨੇ ਦੇ ਆਰ ਪ੍ਰੋ ਬਿਜ਼ਨਸ, ਦੇ ਆਰ ਪ੍ਰੋ ਸਮਾਲ ਬਿਜ਼ਨਸ ਇਨ ਪਾਰਟਿਕੂਲਰ ਤੇ ਆਮ ਲੋਕ ਸਧਾਰਨ ਲੋਕਾਂ ਦੇ ਹੱਕ ਦੇ ਵਿੱਚ ਨੇ ਇਹ। ਹੁਣ ਅਖੀਰੇ ਵਿੱਚ ਇੱਕ ਇਹ ਗੱਲ ਕਹਿਣਾ ਜਿਹੜੇ ਪੈਸਾ ਲੋਕਾਂ ਵੱਲੋਂ ਆਉਂਦਾ ਵਾ BC ਲਿਬਰਲ ਸਰਕਾਰ ਨੂੰ 85% ਆਫ ਦੈਟ ਮਨੀ ਕਮਸ ਫਰੋਮ ਕਾਰਪੋਰੇਸ਼ਨ ਬਿਗ ਬਿਜ਼ਨਸ ਹੈ ਨਾ। ਲੇਕਿਨ ਜਿਹੜੇ 85% ਜਿਹੜਾ NDP ਨੂੰ ਪੈਸਾ ਆਉਂਦਾ ਉਹ ਇੰਡੀਵਿਜੂਅਲ ਤੋਂ ਆਉਂਦਾ ਵਾ, ਸਿਰਫ 15% ਯੂਨੀਅਨਸ ਆ ਕਿ ਜਿਹੜੇ ਹੈਗੀਆਂ ਆਰਗੇਨਾਈਜੇਸ਼ਨ ਤੋਂ ਆਉਂਦਾ ਉਹ। ਸੋ ਤੁਸੀਂ ਆਪੇ ਦੇਖ ਲਓ ਕੌਣ ਕਿਹਨੂੰ ਕੰਟਰੋਲ ਕਰਦਾ ਹੈ। ਰਾਈਟ, ਬਹਰਾਲ ਇਸ ਨੂੰ ਆਉਣ ਵਾਲੇ ਸਮੇਂ 'ਚ ਹੁਣ ਕਾਫੀ ਸਾਰੀਆਂ ਡਿਸਕਸ਼ਨਸ ਹੋਣਗੀਆਂ ਐਂਡ ਵੀਲ ਟਾਕ ਇਨ ਡਿਟੇਲ। ਥੈਂਕ ਯੂ ਵੈਰੀ ਮਚ ਫॉर योर टाइम एंड फॉर योर पर्सपेक्टिव। थैंक यू।